परम सत्कारयोग गुरु की प्यारी समूह साध संगत जीओ, आप सब संगतां बहुत वडभागी हो, बड़े भागां वाले हो जो गुरु महाराज बाबा बुहमन शाह जी दे इस पावन पवित्र दरबार दीयां हाजरियां भर रहे हो। सुपरम पिता परमात्मा आप सब संगतां दी हाजरी प्रवान करन। बिन भागां सतसंग न लभै, बिन संगत मैल भरीजै जियो। सो गुरमुख प्यारी समूह साध संगत जियो, आप सब संगतां नगर निवासी बहुत वडभागी हो, बड़े भागां वाले हो जो गुरु महाराज बाबा बुहमन शाह जी दे इस पावन पवित्र दरबार दे विच हर साल दी तरह समूह संगतां नगर निवासी मिल जुल के बहुत ही प्रेम दे नाल, बड़ी शरधा दे नाल, लगन दे नाल समूह नगर निवासी बहुत ही समय तो गुरु महाराज बाबा बुहमन शाह जी का सालाना जोड़ मेला मनाते आ रहे हो। अते आप सब इस वार भी अज दे इस पावन पवित्र दिहाड़े नूं बहुत ही शरधा ते प्रेम दे नाल समूह संगतां मना रहे हो। आप सब संगतां नूं अज दे इस पावन पवित्र सालाना जोड़ मेले दियां समूह नगर निवासी समूह इलाका निवासियों नूं बहुत बहुत वधाई देंदे हाँ, शुभकामनावां देंदे हाँ कि गुरु महाराज बाबा बुहमन शाह आप सब संगतां ते इसे तरह ही आशीर्वाद बनाई रखे अते आप सब संगतां दे जीवन दे विच सुख शांति सेवा सिमरन सत्संग दा आशीर्वाद भी प्राप्त हुंदा रहे। समूह संगत जीओ, गुरु महाराज बाबा बुहमन शाह जी बहुत ही ताकतां अते शक्तियां दे मालक सन, जिन्हां दा जीवन प्रभु भगती सेवा सिमरन सत्संग दे नाल जुड़िया होया सी अते वो अपने जीवन काल दे समय दे विच उस प्रभु उस परमात्मा दी भगती कर करके गुरुमुख प्यारिओ ओह भगवान दा ही रूप हो गए हैं। ते असी लोग उन्हां दा बहुत सत्कार करते हाँ अते उन्हां दे प्रति अपने अंदर श्रद्धा अते प्रेम हर समय बरकरार रखते हाँ। सो गुरमुख प्यारिओ, गुरु महाराज बाबा बुहमन शाह ताकतां दे मालक, शक्तियां दे मालक, जिन्हां दा जीवन सारा ही भक्ति भाव दे नाल ही उन्होंने व्यतीत किया सी। सो गुरमुख प्यारिओ, उस समय की गल है जिस समय गुरु महाराज बाबा बुहमन शाह कुतुबकोट बाहर नगर तो धूना लगा के बैठे हैं, प्रभु की
ਭਗਤੀ ਕਰ ਰਹੇ ਹਨ, ਪਰਮਾਤਮਾ ਦਾ ਸਿਮਰਨ ਕਰ ਰਹੇ ਹਨ, ਚਿੰਤਨ ਕਰ ਰਹੇ ਹਨ ਅਤੇ ਸਾਰਾ ਦਿਨ ਸਾਰੀ ਰਾਤ ਉਸ ਪ੍ਰਮਾਤਮਾ ਦੇ ਧਿਆਨ ਦੇ ਵਿੱਚ ਹੀ ਬਤੀਤ ਕਰਦੇ ਸਨ। ਤੇ ਗੁਰਮੁਖ ਪਿਆਰਿਓ, 2-4 ਦਿਨ 10 ਦਿਨ ਬੀਤੇ। ਜੋ ਕੁਤਬ ਕੋਟ ਦੇ ਮਾਲਕ ਸਨ, ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਬਾਹਰ ਕੋਈ ਸੰਤ ਮਹਾਪੁਰਸ਼ ਬੈਠਾ ਹੈ, ਕੋਈ ਫਕੀਰ ਬੈਠਾ ਹੈ, ਤੇ ਉਹਨਾਂ ਦੇ ਮਨ ਵਿੱਚ ਇੱਕ ਅਕੜ ਆਈ ਕਿ ਇਸ ਸੰਤ ਦੀ ਹਿੰਮਤ ਕਿਵੇਂ ਪਈ ਹੈ ਜੋ ਸਾਡੇ ਤੋਂ ਪੁੱਛੇ ਬਗੈਰ ਇਸ ਨਗਰ ਦੇ ਬਾਹਰ ਆ ਕੇ ਬੈਠ ਗਿਆ ਹੈ। ਤੇ ਗੁਰਮੁਖ ਪਿਆਰਿਓ, ਕੁਤਬਦੀਨ ਤਾਜਦੀਨ 2 ਭਾਈ ਸਨ ਉਸ ਇਲਾਕੇ ਦੇ ਮਾਲਕ, ਅਤੇ ਬਹੁਤ ਹੀ ਕ੍ਰੋਧਿਕ ਅਵਸਥਾ ਦੇ ਨਾਲ ਹੋ ਕੇ ਉਹਨਾਂ ਨੇ ਆਪਣੇ ਨਗਰ ਦੇ ਵਿੱਚੋਂ 1-2 ਨੌਕਰ ਭੇਜੇ ਕਿ ਜਾਓ ਪਤਾ ਕਰਕੇ ਆਓ ਕਿ ਇਸ ਫਕੀਰ ਦੀ ਹਿੰਮਤ ਕਿਵੇਂ ਪਈ ਹੈ ਜੋ ਸਾਡੇ ਇਲਾਕੇ ਦੇ ਵਿੱਚ ਆ ਕੇ ਉਹ ਇੱਥੇ ਆ ਕੇ ਧੂਣਾ ਲਗਾ ਕੇ ਬੈਠਾ ਹੈ, ਕਿਸ ਕੋਲੋਂ ਪੁੱਛਿਆ ਹੈ। ਤੇ ਗੁਰਮੁਖ ਪਿਆਰਿਓ, ਉਹਨਾਂ 2 ਲੋਕਾਂ ਨੂੰ ਭੇਜਿਆ ਹੈ। ਜਦੋਂ ਬਾਬਾ ਜੀ ਦੇ ਅੱਗੇ ਜਾ ਕੇ ਬੜੇ ਰੋਹਬ ਦੇ ਨਾਲ ਗੱਲ ਕਰਦੇ ਹਨ ਕਿ ਦੱਸ ਫਕੀਰਾ, ਤੈਨੂੰ ਕਿਸ ਨੇ ਭੇਜਿਆ ਹੈ, ਤੂੰ ਕਿਵੇਂ ਆਇਆ, ਕਿਸ ਕੋਲ ਪੁੱਛ ਕੇ ਬੈਠਾ ਹੈ। ਤਾਂ ਗੁਰਮੁਖ ਪਿਆਰਿਓ, ਗੁਰੂ ਮਹਾਰਾਜ ਬਾਬਾ ਬੂਮਨ ਸ਼ਾਹ ਨੇ ਕਿਹਾ, ਅਸੀਂ ਉਸ ਭਗਵਾਨ ਦੇ ਭੇਜੇ ਆਏ ਹਾਂ, ਉਸ ਭਗਵਾਨ ਦੇ ਕੋਲੋਂ ਹੀ ਪੁੱਛ ਕੇ ਬੈਠੇ ਹਾਂ, ਤੇ ਉਸ ਭਗਵਾਨ ਦਾ ਹੀ ਸਥਾਨ ਹੈ ਜਿੱਥੇ ਅਸੀਂ ਬੈਠੇ ਹਾਂ। ਉਹਨਾਂ ਦੀ ਕਿਰਪਾ ਦੇ ਨਾਲ ਹੀ ਅਸੀਂ ਇੱਥੇ ਉਸ ਪ੍ਰਭੂ ਦੀ ਬੰਦਗੀ ਕਰ ਰਹੇ ਹਾਂ। ਤੇ ਉਸ ਸਮੇਂ ਉਹਨਾਂ ਨੇ ਕਿਹਾ ਕਿ ਚਲਾ ਜਾ, ਇਸ ਇਲਾਕੇ ਦੇ ਮਾਲਕਾਂ ਕਿਹਾ ਹੈ ਕਿ ਉਸ ਨੂੰ ਬਾਹਰ ਕੱਢ ਕੇ ਆਓ। ਤਾਂ ਉਸ ਸਮੇਂ ਗੁਰਮੁਖ ਪਿਆਰਿਓ, ਗੁਰੂ ਮਹਾਰਾਜ ਬਾਬਾ ਬੂਮਨ ਸ਼ਾਹ ਕਹਿ ਰਹੇ ਨੇ ਕਿ ਇਸ ਇਲਾਕੇ ਦਾ, ਸਾਰੀ ਸ੍ਰਿਸ਼ਟੀ ਦਾ, ਸਭ ਧਰਤੀ ਦਾ ਇੱਕ ਹੀ ਮਾਲਕ ਹੈ, ਉਹ ਪਰਮਾਤਮਾ ਮਾਲਕ ਹੈ, ਉਹ ਈਸ਼ਵਰ ਮਾਲਕ ਹੈ, ਉਹ ਭਗਵਾਨ ਮਾਲਕ ਹੈ, ਅਤੇ ਉਸ ਤੋਂ ਉੱਤੇ ਇਸ ਸ੍ਰਿਸ਼ਟੀ 'ਤੇ ਕੋਈ ਮਾਲਕ ਨਹੀਂ ਹੈ। ਤਾਂ ਗੁਰਮੁਖ ਪਿਆਰਿਓ, ਗੁਰੂ ਮਹਾਰਾਜ ਬਾਬਾ ਬੂਮਨ ਸ਼ਾਹ ਕਹਿ ਰਹੇ ਨੇ ਕਿ ਅਸੀਂ ਇਸ ਸਥਾਨ 'ਤੇ ਇਸ ਵਾਸਤੇ ਆਏ ਹਾਂ ਕਿ ਅਸੀਂ ਇਸ ਸਥਾਨ 'ਤੇ ਲੰਗਰ ਚਲਾਉਣਾ ਹੈ, ਲੋਕਾਂ ਨੂੰ ਪ੍ਰਭੂ ਭਗਤੀ ਦੇ ਨਾਲ ਜੋੜਨਾ ਹੈ, ਲੋਕਾਂ ਨੂੰ ਸੱਚ ਦੇ ਮਾਰਗ 'ਤੇ ਚਲਾਉਣ ਦੀ ਕੋਸ਼ਿਸ਼ ਕਰਨੀ ਹੈ। ਕਿਉਂਕਿ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਉਪਦੇਸ਼ ਹੈ, ਸੱਚੇ ਮਾਰਗ ਚਲਦਿਆਂ ਉਸਤਦ ਕਰੇ ਜਹਾਨ। ਕਿਉਂਕਿ ਸੱਚੇ ਮਾਰਗ 'ਤੇ ਹਰ ਇੱਕ ਇਨਸਾਨ ਨੂੰ ਚੱਲਣਾ ਚਾਹੀਦਾ ਹੈ। ਸਾਡਾ ਜੀਵਨ ਦਾ, ਸਾਡੀ ਜ਼ਿੰਦਗੀ ਦਾ ਅਸਲੀ ਮਾਰਗ ਹੀ ਇੱਕ ਸੱਚ ਦਾ ਮਾਰਗ ਹੈ। ਜਿਸ ਇਨਸਾਨ ਨੇ ਸੱਚ ਦੇ ਮਾਰਗ 'ਤੇ ਨਹੀਂ ਚੱਲਣਾ, ਜੋ ਇਨਸਾਨ ਸੱਚ ਦੇ ਮਾਰਗ 'ਤੇ ਨਹੀਂ ਚੱਲਿਆ, ਤੇ ਗੁਰਮੁਖ ਪਿਆਰੀ ਸਮੂਹ ਸਾਧ ਸੰਗਤ ਜੀਓ, ਆਪਣਾ ਸਾਰਾ ਜੀਵਨ ਸੰਸਾਰਿਕ ਮਾਰਗ 'ਤੇ ਹੀ ਚੱਲ ਕੇ ਬਿਤਾ ਦਿੱਤਾ ਹੈ। ਤੇ ਉਸ ਸਮੇਂ ਗੁਰੂ ਮਹਾਰਾਜ ਜੀ ਕਹਿ ਰਹੇ ਨੇ ਕਿ ਉਸ ਨੇ ਆਪਣਾ ਜੀਵਨ ਵਿਅਰਥ ਗਵਾ ਦਿੱਤਾ ਹੈ। ਇਸ ਵਾਸਤੇ ਗੁਰੂਆਂ ਦੇ ਉਪਦੇਸ਼ਾਂ ਅਨੁਸਾਰ, ਗੁਰੂ ਦੀ ਗੁਰਬਾਣੀ ਦੇ ਅਨੁਸਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਆਪਣਾ ਜੀਵਨ ਸੱਚ ਦੇ ਮਾਰਗ 'ਤੇ ਚਲਾਉਣ ਦੀ, ਅਤੇ ਸਾਡਾ ਸਾਰਾ ਜੀਵਨ ਉਸ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਿ ਸੱਚ ਦੇ ਮਾਰਗ 'ਤੇ ਚੱਲ ਕੇ ਹੀ ਸਾਡਾ ਸਾਰਾ ਜੀਵਨ ਬੀਤ ਜਾਵੇ।
ਤੇ ਗੁਰਮੁਖ ਪਿਆਰਿਓ, ਉਸ ਸਮੇਂ ਉਹਨਾਂ ਗੁਰੂ ਮਹਾਰਾਜ ਬਾਬਾ ਬੂਮਨ ਸ਼ਾਹ ਨੇ ਉਹਨਾਂ ਨੂੰ ਬਹੁਤ ਸਮਝਾਇਆ, ਬਹੁਤ ਕੁਝ ਦੱਸਿਆ ਕਿ ਅਸੀਂ ਇੱਥੇ ਲੰਗਰ ਚਲਾਉਣਾ ਹੈ, ਅਸੀਂ ਇੱਥੇ ਆਧਿਆਤਮਿਕ ਨਾਮ ਦਾ ਪ੍ਰਚਾਰ ਕਰਨਾ ਹੈ, ਅਸਾਂ ਨੇ ਇਸ ਸੰਸਾਰਿਕ ਲੋਕਾਂ ਨੂੰ ਸੱਚ ਦੇ ਮਾਰਗ 'ਤੇ ਚੱਲਣ ਦੀ ਸਿੱਖਿਆ ਦੇਣੀ ਹੈ, ਅਸਾਂ ਨੇ ਇੱਥੇ ਗਊ ਸੇਵਾ ਕਰਨੀ ਹੈ, ਧਰਮ ਦੇ ਕੰਮ ਕਰਨੇ ਹਨ, ਭਟਕੇ ਹੋਏ ਲੋਕਾਂ ਨੂੰ ਸਿੱਧੇ ਰਸਤੇ 'ਤੇ ਚਲਾਉਣਾ ਹੈ, ਜੋ ਮਦਰਾ ਦਾ ਸੇਵਨ ਕਰਦੇ ਹਨ ਅਸੀਂ ਉਹਨਾਂ ਨੂੰ ਉਸ ਤੋਂ ਬਚਾਉਣਾ ਹੈ। ਤੇ ਗੁਰਮੁਖ ਪਿਆਰੀ ਸਮੂਹ ਸਾਧ ਸੰਗਤ ਜੀਓ, ਇਤਨੇ ਸ਼ਬਦ ਕਹੇ ਉਹਨਾਂ ਨੇ, ਤੇ ਉਸ ਤੋਂ ਉਪਰੰਤ ਉਹ 2 ਨੌਕਰ ਵਾਪਸ ਚਲੇ ਗਏ। ਤੇ ਉਸ ਤੋਂ ਉਪਰੰਤ ਜਹਾਂ ਕਿ ਉਹਨਾਂ ਨੂੰ ਦੱਸਿਆ ਗਿਆ ਹੈ, ਤੇ ਉਸ ਸਮੇਂ ਉਸ ਵਕਤ ਦੋਨੋਂ ਭਾਈ ਬਹੁਤ ਹੀ ਕ੍ਰੋਧਿਤ ਅਵਸਥਾ ਦੇ ਵਿੱਚ ਆਏ, ਬੜੇ ਗੁੱਸੇ ਦੇ ਵਿੱਚ ਆਏ ਕਿ ਇਹ ਸੰਤ ਸਾਨੂੰ ਕੌਣ ਹੈ ਸਮਝਾਉਣ ਵਾਲਾ, ਕਿਉਂਕਿ ਇਹ ਬੁੱਧੀ ਭ੍ਰਸ਼ਟ ਸੀ, ਕੋਈ ਕਿਸੇ ਤਰ੍ਹਾਂ ਦੀ ਗਿਆਨ ਧਿਆਨ ਉਹਨਾਂ ਦੇ ਪੱਲੇ ਨਹੀਂ ਸੀ, ਕੋਈ ਪ੍ਰਭੂ ਭਗਤੀ ਉਹਨਾਂ ਦੇ ਪੱਲੇ ਨਹੀਂ ਸੀ, ਸਿਰਫ ਸਹੀ ਤੀ ਤਾਂ ਅਕੜ ਤੇ ਅਹੰਕਾਰ ਸੀ, ਕਿਉਂਕਿ ਇਹ ਅਕੜ ਅਤੇ ਅਹੰਕਾਰ ਇੱਕ ਨਾ ਇੱਕ ਦਿਨ ਸਭ ਇੱਕ ਨਾ ਇੱਕ ਦਿਨ ਖਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਗੁਰਮੁਖ ਪਿਆਰੀ ਸਮੂਹ ਸਾਧ ਸੰਗਤ ਜੀਓ, ਉਸ ਸਮੇਂ ਉਸ ਵਕਤ ਵੱਡਾ ਭਾਈ ਕਹਿੰਦਾ ਹੈ ਕਿ ਮੈਂ ਜਾਣਾ ਹਾਂ, ਜਾ ਕੇ ਸੰਤਾਂ ਦੇ ਨਾਲ ਗੱਲ ਕਰਦਾ। ਉਸ ਸਮੇਂ ਗੁਰਮੁਖ ਪਿਆਰਿਓ ਭਾਈ ਗਿਆ ਹੈ ਵੱਡਾ, ਕੁਛ ਨਿਮਰਤਾ ਸੀ ਉਸ ਦੇ ਅੰਦਰ, ਛੋਟਾ ਬਹੁਤ ਹੀ ਗੁੱਸੇ ਵਾਲਾ ਸੀ ਅਤੇ ਬਹੁਤ ਹੀ ਕ੍ਰੋਧਿਤ ਅਵਸਥਾ ਦੇ ਵਿੱਚ ਹੀ ਬੋਲ ਰਿਹਾ ਸੀ। ਤੇ ਬਾਬਾ ਜੀ ਅੱਗੇ ਆ ਕੇ ਉਹਨਾਂ ਨੇ ਆਪਣੀ ਗੱਲਬਾਤ ਰੱਖੀ, ਤੇ ਬਾਬਾ ਜੀ ਦਾ ਜਵਾਬ ਉਹ ਹੀ ਸੀ ਜੋ ਉਹਨਾਂ ਦੇ 2 ਨੌਕਰਾਂ ਨੂੰ ਦਿੱਤਾ ਸੀ। ਤੇ ਉਸ ਸਮੇਂ ਉਹ ਕਹਿਣ ਲੱਗਾ ਕਿ ਤੂੰ ਕਿਸ ਤਰ੍ਹਾਂ ਇੱਥੇ ਚਲਾ ਸਕਦਾ ਹੈ। ਤਾਂ ਗੁਰੂ ਮਹਾਰਾਜ ਬਾਬਾ ਬੂਮਨ ਸ਼ਾਹ ਨੇ ਕਿਹਾ, ਇਹ ਜੋ ਸਥਾਨ ਹੈ ਇਹ ਪਰਮਾਤਮਾ ਦਾ ਸਥਾਨ ਹੈ, ਇਸ ਸਥਾਨ 'ਤੇ ਬਹੁਤ ਹੀ ਸ਼ੁਭ ਕਾਰਜ ਹੋਣੇ ਨੇ ਅਤੇ ਤੁਸੀਂ ਇਹ ਸਥਾਨ ਛੱਡ ਦਿਓ, ਕਿਉਂਕਿ ਪੁਰਾਤਨ ਸਮੇਂ ਦੇ ਵਿੱਚ ਵੀ ਅਸੀਂ ਇਸ ਸਥਾਨ 'ਤੇ ਰਹੇ ਹੋਏ ਹਾਂ, ਪਿਛਲੇ ਜਨਮਾਂ ਦੇ ਵਿੱਚ ਹੀ ਅਸੀਂ ਇਸ ਸਥਾਨ 'ਤੇ ਰਹੇ ਹੋਏ ਹਾਂ। ਤੇ ਉਸ ਸਮੇਂ ਗੁਰੂ ਮਹਾਰਾਜ ਬਾਬਾ ਬੂਮਨ ਸ਼ਾਹ ਨੂੰ ਉਹ ਵੱਡਾ ਭਾਈ ਕੁਤਬਦੀਨ ਕਹਿੰਦਾ ਹੈ ਕਿ ਤੂੰ ਕੋਈ ਨਿਸ਼ਾਨੀ ਦੱਸ ਸਕਣਾ ਹੈ। ਤੇ ਉਸ ਸਮੇਂ ਬਾਬਾ ਜੀ ਨੇ ਕਿਹਾ ਕਿ ਹਾਂ ਭਾਈ, ਸਾਡੇ ਫਲਾਣੀ ਜਗ੍ਹਾ 'ਤੇ ਸਾਡੇ ਪਿਛਲੇ ਸਾਲ ਦੀਆਂ ਕੁਝ ਨਿਸ਼ਾਨੀਆਂ ਹਨ, ਕੁਝ ਬਰਤਨਾਂ ਦੀਆਂ, ਜੋ ਕਿ ਅਸੀਂ ਇੱਥੇ ਲੰਗਰ ਚਲਾਉਣਾ ਹੈ, ਪਿੱਛੇ ਵੀ ਚਲਾਉਂਦੇ ਆ ਰਹੇ ਹਾਂ। ਤੇ ਉਸ ਸਮੇਂ ਉਸ ਮਾਲਕ ਨੇ ਕਿਹਾ ਕਿ ਚੰਗਾ, ਫਿਰ ਉਸ ਸਥਾਨ ਨੂੰ ਪਟਵਾਉਂਦੇ ਹਾਂ, ਅਗਰ ਕੁਝ ਨਿਕਲ ਗਿਆ ਤਾਂ ਫਿਰ ਤਾਂ ਤੇਰਾ, ਅਗਰ ਨਾ ਨਿਕਲਾ ਤਾਂ ਫਿਰ ਉਹ ਤੂੰ ਇਹ ਛੱਡ ਕੇ ਚਲਾ ਜਾਵੇਂਗੀ ਇਸ ਸਥਾਨ ਨੂੰ। ਤਾਂ ਉਸ ਸਮੇਂ ਬਾਬਾ ਜੀ ਨੇ ਕਿਹਾ ਕਿ ਠੀਕ ਹੈ, ਮੈਨੂੰ ਇਹ ਸਭ ਕੁਝ ਮਨਜ਼ੂਰ ਹੈ। ਘਰ ਗਿਆ ਹੈ, ਆਦੇ ਭਾਈ ਨੂੰ ਗੱਲ ਕੀਤੀ ਹੈ, ਭਾਈ ਬਹੁਤ ਹੀ ਕ੍ਰੋਧਿਤ ਅਵਸਥਾ ਦੇ ਵਿੱਚ ਕਹਿੰਦਾ ਕਿ ਉਹ ਕੌਣ ਹੈ ਆਪਾਂ ਨੂੰ ਜਗ੍ਹਾ ਪਟਵਾਉਣ ਵਾਲਾ, ਨਿਸ਼ਾਨੀਆਂ ਦੱਸਣ ਵਾਲਾ। ਵੱਡੇ ਭਾਈ ਨੇ ਕਿਹਾ ਕਿ ਨਹੀਂ, ਫਿਰ ਵੀ ਆਪਾਂ ਨੂੰ ਮੰਨਣੀ ਚਾਹੀਦੀ ਹੈ, ਜੋ ਮੈਂ ਗੱਲ ਕਰ ਰਿਹਾ ਹਾਂ ਮੰਨਣੀ ਚਾਹੀਦੀ ਹੈ। ਤਾਂ ਗੁਰਮੁਖ ਪਿਆਰਿਓ, ਉਸ ਸਥਾਨ ਨੂੰ ਪਟਵਾਇਆ ਗਿਆ ਹੈ। ਜਦੋਂ ਪਟਵਾਇਆ ਹੈ ਤਾਂ ਉਸ ਦੇ ਵਿੱਚੋਂ ਗੁਰਮੁਖ ਪਿਆਰੀ ਸਮੂਹ ਸਾਧ ਸੰਗਤ ਜੀਓ, ਉਸ ਤਾਕਤਾਂ ਦੇ ਮਾਲਕ, ਉਸ ਸ਼ਕਤੀਆਂ ਦੇ ਮਾਲਕ ਗੁਰੂ ਮਹਾਰਾਜ ਬਾਬਾ ਬੂਮਨ ਸ਼ਾਹ ਜੀ ਦੇ ਕਹਿਣ ਦੇ ਅਨੁਸਾਰ ਉੱਥੋਂ ਸਭ ਕੁਝ ਨਿਸ਼ਾਨੀਆਂ ਮਿਲ ਗਈਆਂ। ਤੇ ਗੁਰਮੁਖ ਪਿਆਰਿਓ, ਵੱਡਾ ਭਾਈ ਕਹਿਣ ਲੱਗਾ ਕਿ ਕੋਈ ਮਹਾਂਪੁਰਸ਼ ਹੈ, ਕੋਈ ਸੱਚਾ ਫਕੀਰ ਹੈ, ਕੋਈ ਭਗਵਾਨ ਦਾ ਪਿਆਰਾ ਹੈ, ਸਾਨੂੰ ਇਹ ਸਥਾਨ ਛੱਡ ਦੇਣਾ ਚਾਹੀਦਾ, ਸਾਨੂੰ ਨਹੀਂ ਅਹੰਕਾਰ ਦੇ ਵਿੱਚ ਆ ਕੇ ਨਹੀਂ ਅੜਨਾ ਚਾਹੀਦਾ ਇਸ ਮਹਾਂਪੁਰਸ਼ ਦੇ ਅੱਗੇ। ਤੇ ਗੁਰਮੁਖ ਪਿਆਰਿਓ, ਛੋਟਾ ਭਾਈ ਕਹਿਣ ਲੱਗਾ ਕਿ ਉਹ ਕੌਣ ਹੁੰਦਾ ਹੈ, ਮੈਂ ਹੁਣੇ ਜਾ ਕੇ ਉਸ ਨੂੰ ਦੇਖ ਲੈਣਾ ਹਾਂ। ਤੇ ਗੁਰਮੁਖ ਪਿਆਰੀ ਸਮੂਹ ਸਾਧ ਸੰਗਤ ਜੀਓ, ਕੀ ਹੋਇਆ, 15 20 25 ਬੰਦੇ ਲਏ, ਨੌਕਰ ਲਏ, ਤਲਵਾਰਾਂ ਹੱਥ ਦੇ ਵਿੱਚ ਲਈਆਂ, ਭਾਲੇ ਹੱਥ ਦੇ ਵਿੱਚ ਲੈ ਲਏ, ਅਤੇ ਗੁਰਮੁਖ ਪਿਆਰੀ ਸਮੂਹ ਸਾਧ ਸੰਗਤ ਜੀਓ, ਗੁਰੂ ਮਹਾਰਾਜ ਬਾਬਾ ਬੂਮਨ ਸ਼ਾਹ ਨੂੰ ਖਤਮ ਕਰਨ ਦੇ ਵਾਸਤੇ ਜਾ ਰਹੇ ਨੇ।
ਗੁਰੂ ਮਹਾਰਾਜ ਬਾਬਾ ਬੁੰਮਣ ਸ਼ਾਹ ਉਸ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਬੈਠੇ ਨੇ। ਕੋਈ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਫਿਕਰ ਨਹੀਂ ਆਪਣੇ ਮਨ ਦੇ ਵਿੱਚ, ਕੋਈ ਡਰ ਨਹੀਂ। ਤੇ ਉਸ ਭਗਵਾਨ ਦੇ ਅੱਗੇ ਅਰਦਾਸ ਬੇਨਤੀ ਕਰ ਰਹੇ ਨੇ, ਐ ਪ੍ਰਭੂ ਜੋ ਤੂੰ ਕਰ ਰਹੀਆਂ ਹੈ ਚੰਗਾ ਹੀ ਕਰ ਰਹੀਆਂ ਹੈ। ਜੋ ਪਿੱਛੇ ਕੀਤਾ ਹੀ ਉਹ ਵੀ ਚੰਗਾ ਕੀਤਾ ਹੀ, ਜੋ ਕਰ ਰਹੀਆਂ ਉਹ ਵੀ ਚੰਗਾ ਕਰ ਰਹੀਆਂ ਹੈ, ਜੋ ਅੱਗੇ ਹੋਵੇਗਾ ਉਹੀ ਚੰਗਾ ਹੋਵੇਗਾ। ਹੁਣ ਇਸ ਸਮੇਂ ਇਸ ਵਕਤ ਤੂੰ ਹੀ ਮੇਰੀ ਲਾਜ ਰੱਖਣੀ ਹੈ। ਜੁਗੋ ਜੁਗ ਰੱਖਦਾ ਆਇਆ ਜੀ ਪੈਜ ਭਗਤਾਂ ਦੀ। ਉਹ ਪ੍ਰਮਾਤਮਾ, ਉਹ ਭਗਵਾਨ ਈਸ਼ਵਰ ਵਾਹਿਗੁਰੂ ਜੁਗਾਂ ਜੁਗਾਂਤਰਾਂ ਤੂੰ ਆਪਣੇ ਭਗਤਾਂ ਦੀ ਲਾਜ ਰੱਖਦਾ ਆਇਆ। ਉਹ ਆਪਣੇ ਭਗਤਾਂ ਦਾ ਕਦੀ ਵਾਲ ਵਿੰਗਾ ਵੀ ਨਹੀਂ ਹੋਣ ਦਿੰਦਾ। ਚਾਹੇ ਕੋਈ ਦੁਨੀਆ ਕਿਤਨੇ ਮਰਜ਼ੀ ਝੂਠੀਆਂ ਗੱਲਾਂ ਬਣਾ ਕੇ ਉਡਾਉਣ ਦੀ ਕੋਸ਼ਿਸ਼ ਕਰੇ, ਜਦੋਂ ਉਸ ਦਾ ਉੱਤੇ ਸਿਰ ਤੇ ਹੱਥ ਹੋਵੇ ਤਾਂ ਕਦੀ ਨਹੀਂ ਡਾਵਾਂ ਡੋਲ ਹੋਣ ਦਿੰਦਾ ਆਪਣੇ ਭਗਤਾਂ ਨੂੰ, ਕਿਉਂਕਿ ਸੱਚਾਈ ਇੱਕ ਦਿਨ ਜ਼ਰੂਰ ਸਾਹਮਣੇ ਆ ਜਾਂਦੀ ਹੈ। ਗੁਰੂ ਮਹਾਰਾਜ ਬਾਬਾ ਬੁੰਮਣ ਸ਼ਾਹ ਦੇ ਭਗਤ ਸੱਚੇ ਨੇ, ਉਹ ਆਪ ਸੱਚੇ ਸੀ, ਉਹ ਆਪ ਸੱਚ ਦੇ ਰਾਹ ਤੇ ਚੱਲੇ। ਤੇ ਅੱਜ ਦੇਖੋ ਉਹਨਾਂ ਦੇ ਮੰਦਰਾਂ ਦੇ ਵਿੱਚ, ਉਹਨਾਂ ਦੇ ਡੇਰਿਆਂ ਦੇ ਵਿੱਚ ਕਿਤਨੀ ਰੌਣਕ ਹੋ ਰਹੀ ਹੈ, ਕਿਤਨੀ ਖੁਸ਼ੀਆਂ ਦੇ ਨਾਲ ਤੁਸੀਂ ਗੁਰੂ ਦਰਬਾਰ ਦੇ ਵਿੱਚ ਮੇਲੇ ਕਰਦੇ ਹੋ, ਕਿਤਨੀ ਖੁਸ਼ੀਆਂ ਦੇ ਨਾਲ ਜਾ ਕੇ ਸੇਵਾ ਕਰਦੇ ਹੋ। ਇੱਥੇ ਵੀ ਸੇਵਾ ਕਰਦੇ ਹੋ ਨਗਰ ਨਿਵਾਸੀਓ। ਦਰਬਾਰ ਬਾਬਾ ਬੁੰਮਣ ਸ਼ਾਹ ਸੰਗਰਸਾ ਦਾ ਮੁੱਖ ਦਰਬਾਰ ਜੋ ਤੁਹਾਡਾ ਹੈ, ਉੱਥੇ ਵੀ ਜਾ ਕੇ ਬੜੀ ਖੁਸ਼ੀਆਂ ਅਤੇ ਚਾਵਾਂ ਦੇ ਨਾਲ ਸੇਵਾ ਕਰਦੇ ਹੋ। ਤੇ ਗੁਰਮੁਖ ਪਿਆਰੀ ਸਮੂਹ ਸਾਧ ਸੰਗਤ ਜੀਓ, ਬਾਬਾ ਜੀ ਅਰਦਾਸ ਕਰ ਰਹੇ ਨੇ ਉਸ ਪ੍ਰਮਾਤਮਾ ਦੇ ਅੱਗੇ। ਤੇ ਜਦੋਂ ਉਹ ਨਜ਼ਦੀਕ ਆਏ ਨੇ, ਐਸੀ ਉਸ ਪ੍ਰਭੂ ਦੀ ਰਚਨਾ ਰਚੀ ਉਸਨੇ। ਐਸਾ ਗੁਰੂ ਮਹਾਰਾਜ ਬਾਬਾ ਬੁੰਮਣ ਸ਼ਾਹ ਤੇ ਉਸ ਪ੍ਰਮਾਤਮਾ ਦੀ ਕਿਰਪਾ ਹੋਈ। ਤੇ ਗੁਰਮੁਖ ਪਿਆਰੀ ਸਮੂਹ ਸਾਧ ਸੰਗਤ ਜੀਓ, ਜੋ ਵੀ 25 ਲੋਕ ਸਨ, ਉਹਨਾਂ ਨੂੰ ਆਪਸ ਦੇ ਵਿੱਚ ਇੱਕ ਦੂਸਰੇ ਦੇ ਵਿੱਚ ਬਾਬਾ ਜੀ ਦਿਖਾਉਣ ਦੇਣ ਲੱਗ ਗਏ। ਬਾਬਾ ਜੀ ਦਾ ਰੂਪ ਦਿਖਾਈ ਦੇਣ ਲੱਗ ਗਿਆ। ਤੇ ਭਗਵਾਨ ਦੀ ਐਸੀ ਕਿਰਪਾ ਕੋ ਆਪਸ ਦੇ ਵਿੱਚ ਕੱਟ ਵੱਢ ਕੇ ਉੱਥੇ ਖਤਮ ਹੋ ਗਏ। ਜਦੋਂ ਉਸ ਦੇ ਵੱਡੇ ਭਾਈ ਨੂੰ ਪਤਾ ਲੱਗਾ, ਕੁਤਬਦੀਨ ਨੂੰ, ਕਿ ਮੇਰਾ ਭਾਈ ਖਤਮ ਹੋ ਗਿਆ ਹੈ, ਉਸ ਦੇ ਨਾਲ ਜੋ ਸਾਥੀ ਉਹ ਵੀ ਖਤਮ ਹੋ ਗਏ ਨੇ, ਅੱਗੇ ਕੋਈ ਬੰਦਾ ਵੀ ਲੜਨ ਵਾਲਾ ਨਹੀਂ ਹੈ। ਤੇ ਉਸ ਸਮੇਂ ਬੜੀ ਨਮਰਤਾ ਦੇ ਨਾਲ, ਬੜਾ ਨੀਵਾਂ ਹੋ ਕੇ ਮਨ ਦੇ ਵਿੱਚ ਪਛਤਾਤਾਪ ਕਰਦਾ ਹੈ, ਕਹਿ ਪ੍ਰਭੂ ਤੇਰੇ ਰੰਗ ਨਿਆਲੇ ਨੇ, ਤੂੰ ਜਿਵੇਂ ਸਾਨੂੰ ਕਹੀਂ ਅਸੀਂ ਉਵੇਂ ਕਰਾਂਗੇ। ਤੇ ਗੁਰਮੁਖ ਪਿਆਰੀ ਸਮੂਹ ਸਾਧ ਸੰਗਤ ਜੀਓ, ਗੁਰੂ ਮਹਾਰਾਜ ਬਾਬਾ ਬੁੰਮਣ ਸ਼ਾਹ ਨੂੰ ਉਹ ਆਪਣਾ ਨਗਰ ਸਾਰਾ, ਇਲਾਕਾ ਸਾਰਾ, ਏਰੀਆ ਸਾਰਾ ਦੇ ਕੇ ਬਹੁਤ ਹੀ ਦੂਰ ਚਲਾ ਗਿਆ। ਤੇ ਆਸ਼ੀਰਵਾਦ ਲੈ ਕੇ ਗੁਰੂ ਮਹਾਰਾਜ ਬਾਬਾ ਬੁੰਮਣ ਸ਼ਾਹ ਤੋਂ ਬਹੁਤ ਹੀ ਦੂਰ ਚਲਾ ਗਿਆ। ਤੇ ਬਾਬਾ ਜੀ ਨੇ ਉਸ ਸਥਾਨ ਤੇ ਲੰਗਰ ਦੀ ਪਰੰਪਰਾ ਸ਼ੁਰੂ ਕੀਤੀ, ਲੰਗਰ ਚਲਾਇਆ, ਗਰੀਬਾਂ ਦੀ ਮਦਦ ਕੀਤੀ, ਲੋਕਾਂ ਨੂੰ ਸੱਚੇ ਮਾਰਗ ਤੇ ਚਲਾਇਆ, ਨਾਮ ਦੇ ਨਾਲ ਜੋੜਿਆ, ਗਊ ਸੇਵਾ ਕੀਤੀ। ਤੇ ਗੁਰਮੁਖ ਪਿਆਰੀ ਸਮੂਹ ਸਾਧ ਸੰਗਤ ਜੀਓ, ਆਉਣ ਵਾਲੇ ਸਮੇਂ ਦੇ ਵਿੱਚ ਉਸ ਨਗਰ ਦਾ ਨਾਮ ਹੀ ਪਿੰਡ ਬੁੰਮਣ ਸ਼ਾਹ ਹੀ ਰੱਖਿਆ ਗਿਆ। ਤੇ ਅੱਜ ਵੀ ਉਸ ਨਗਰ ਦਾ ਨਾਮ ਬਾਬਾ ਬੁੰਮਣ ਸ਼ਾਹ ਦੇ ਨਾਮ ਤੇ ਹੈ। ਮੈਂ 2-3 ਵਾਰ ਜਾ ਕੇ ਉੱਥੇ ਦਰਸ਼ਨ ਵੀ ਕਰਕੇ ਆਇਆ ਹਾਂ। ਤੇ ਗੁਰਮੁਖ ਪਿਆਰਿਓ, ਇਸ ਸੰਸਾਰ ਦੇ ਵਿੱਚ ਅਸੀਂ ਲੋਕ ਵਿਚਰਦੇ ਫਿਰਦੇ ਹਾਂ, ਅਸੀਂ ਲੋਕ ਕਾਰ ਵਿਹਾਰਾਂ ਦੇ ਵਿੱਚ ਜੁਟੇ ਫਿਰਦੇ ਹਾਂ। ਇਸੇ ਤਰ੍ਹਾਂ ਹੀ ਸਾਡੇ ਜੀਵਨ ਦੇ ਵਿੱਚ, ਜ਼ਿੰਦਗੀ ਦੇ ਵਿੱਚ ਸਾਨੂੰ ਅਧਿਆਤਮਿਕ ਗਿਆਨ ਦੀ ਵੀ ਬਹੁਤ ਜ਼ਰੂਰਤ ਹੈ। ਅੱਜ ਅਸੀਂ ਇਸ ਗੁਰੂ ਮਹਾਰਾਜ ਬਾਬਾ ਬੁੰਮਣ ਸ਼ਾਹ ਜੀ ਦੇ ਇਸ ਸਾਲਾਨੇ ਜੋੜ ਮੇਲੇ ਤੇ ਸਭ ਇਕੱਠੇ ਹੋਏ ਹਾਂ। ਮੈਂ ਬਾਬਾ ਜੀ ਦੇ ਜੀਵਨ ਤੇ ਇਸ ਵਾਸਤੇ ਹੀ ਦੱਸ ਰਿਹਾ ਸੀ ਕਿਉਂਕਿ ਇਹ ਮੇਲਾ ਹੀ ਬਾਬਾ ਬੁੰਮਣ ਸ਼ਾਹ ਜੀ ਦਾ ਹੈ। ਤੇ ਇਸ ਬਾਬਾ ਬੁੰਮਣ ਸ਼ਾਹ ਦੇ ਮੇਲੇ ਤੇ ਬਾਬੇ ਦੇ ਜੀਵਨ ਦੇ ਬਾਰੇ ਸਭ ਨੂੰ ਪਤਾ ਹੋਣਾ ਚਾਹੀਦਾ ਤੇ ਜ਼ਰੂਰ ਗੱਲ ਕਰਨੀ ਚਾਹੀਦੀ, ਜਿੱਥੇ ਵੀ ਹੋ। ਤੇ ਗੁਰਮੁਖ ਪਿਆਰੀ ਸਮੂਹ ਸਾਧ ਸੰਗਤ ਜੀਓ, ਸਾਡੇ ਜੀਵਨ ਦੇ ਵਿੱਚ, ਜ਼ਿੰਦਗੀ ਦੇ ਵਿੱਚ ਕੀ ਹੈ ਕਿ ਸਾਡਾ ਇਹ ਜੀਵਨ ਸਭ ਮਨ ਦੀ ਖੇਡ ਕੇ ਹੀ ਜੀਵਨ ਬਤੀਤ ਕਰ ਰਿਹਾ ਹੈ। ਅਸੀਂ ਲੋਕ ਮਨ ਦੇ ਅਧੀਨ ਹੋ ਕੇ ਹੀ ਆਪਣਾ ਇਹ ਜੀਵਨ, ਆਪਣੀ
ਇਸ ਸੰਸਾਰਿਕ ਯਾਤਰਾ ਨੂੰ ਚਲਾਈ ਬੈਠੇ ਹਾਂ। ਕਿਉਂਕਿ ਗੁਰਬਾਣੀ ਤਾਂ ਬਹੁਤ ਕੁਛ ਦੱਸਦੀ ਹੈ, ਇਨਸਾਨ ਨੂੰ ਬਹੁਤ ਕੁਛ ਸਮਝਾਉਂਦੀ ਹੈ। ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਜਿਨੇ ਮਨ, ਉਸ ਮਨ ਨੂੰ, ਆਪਣੇ ਮਨ ਨੂੰ ਗੁਰੂ ਦੇ ਹੱਥ ਵਿੱਚ ਦੇ ਦਿੱਤਾ ਹੈ, ਗੁਰੂ ਨੂੰ ਸਮਰਪਿਤ ਕਰ ਦਿੱਤਾ ਹੈ। ਮਨ ਵੇਚੇ ਸਤਿਗੁਰੂ ਕੇ ਪਾਸ, ਤਿਸ ਸੇਵਕ ਕੇ ਕਾਰ, ਤਿਸ ਸੇਵਕ ਦੇ ਸਾਰੇ ਕਾਰਜ ਰਾਸ ਹੋ ਜਾਂਦੇ, ਸਾਰੇ ਕੰਮ ਧੰਦੇ ਸਭ ਕੁਛ, ਇਤਨੇ ਤੱਕ ਕਿ ਉਹ ਸੰਸਾਰਿਕ ਰਸਤੇ ਤੇ ਚੱਲਦਾ ਹੈ, ਉਹ ਸੰਸਾਰਿਕ ਰਸਤੇ ਤੇ ਵੀ ਨਹੀਂ ਚੱਲਦਾ ਹੈ। ਜਿਸ ਤਰ੍ਹਾਂ ਗੁਰੂ ਦੀ ਕਿਰਪਾ ਹੋਈ, ਗੁਰੂ ਦੀ ਕਿਰਪਾ ਦੇ ਅਨੁਸਾਰ ਆਪ ਸਭ ਸੰਗਤਾਂ, ਨਗਰ ਨਿਵਾਸੀ ਅੱਜ ਮਨ ਲਗਾ ਕੇ ਤੁਸੀਂ ਲੋਕ, ਬੜੇ ਮਨ ਲਗਾ ਕੇ, ਬੜੀ ਸ਼ਰਧਾ ਦੇ ਨਾਲ, ਬੜੇ ਪ੍ਰੇਮ ਦੇ ਨਾਲ ਆਪਣੇ ਮਨ ਨੂੰ ਗੁਰੂ ਨੂੰ ਸਮਰਪਿਤ ਕਰ ਦਿੱਤਾ ਹੈ। ਗੁਰੂ ਦਰਬਾਰ ਬਾਬਾ ਬੁੰਮਣ ਸ਼ਾਹ ਨੂੰ ਦੇ ਦਿੱਤਾ ਤੇ ਆਪ ਬੜੀ ਸ਼ਰਧਾ ਦੇ ਨਾਲ, ਬੜੇ ਪ੍ਰੇਮ ਦੇ ਨਾਲ ਸੇਵਾ ਕਰ ਰਹੇ ਹੋ। ਇਹ ਇੱਕ ਸੱਚ ਦਾ ਮਾਰਗ ਹੈ, ਇਹ ਇੱਕ ਕੀਮਤੀ ਸਮਾਂ ਹੈ। ਇਸ ਸੰਸਾਰ ਦੇ ਵਿੱਚ ਗੁਰਮੁਖ ਪਿਆਰਿਓ, ਸਾਰਾ ਕੂੜ ਅਤੇ ਝੂਠ ਦਾ ਹੀ ਪਸਾਰਾ ਹੈ। ਸਾਡੇ ਰਿਸ਼ਤੇ ਨਾਤੇ, ਸਗੇ ਸੰਬੰਧੀ, ਭਾਈਚਾਰੇ ਜਿਤਨੇ ਵੀ ਹਨ, ਇਹ ਸਾਰੇ ਝੂਠੇ ਨਾਤੇ ਹਨ, ਕਿਉਂਕਿ ਇਹ ਸਭ ਨੂੰ ਛੱਡ ਕੇ ਚਲਾ ਜਾਣਾ। ਸੱਚਾ ਨਾਤਾ ਹੈ ਤਾਂ ਉਸ ਪ੍ਰਮਾਤਮਾ ਦੇ ਨਾਲ ਹੈ ਤੁਹਾਡਾ, ਉਹ ਹੀ ਇੱਕ ਸੱਚਾ ਨਾਤਾ ਹੈ। ਇਸ ਵਾਸਤੇ ਅਸੀਂ ਇਸ ਸੰਸਾਰ ਦੇ ਵਿੱਚ ਫਿਰ ਵੀ ਮਨ ਦੇ ਅਧੀਨ ਹੋ ਕੇ ਆਪਣਾ ਜੀਵਨ ਚਲਾ ਰਹੇ ਹਾਂ, ਕਿਉਂਕਿ ਮਨ ਲੋਚੇ ਬੁਰਾਈਆਂ, ਮਨ ਤਾਂ ਹਰ ਸਮੇਂ, ਹਰ ਵਕਤ ਲਾਲਚ ਵਿੱਚ ਫਸਿਆ ਰਹਿੰਦਾ ਹੈ, ਦੁਰ ਵਿਚਾਰ ਦੇ ਵਿੱਚ ਫਸਿਆ ਰਹਿੰਦਾ ਹੈ, ਮਾੜੇ ਕੰਮਾਂ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਤਾਂ ਗੁਰਮੁਖ ਪਿਆਰੀ ਸਮੂਹ ਸਾਧ ਸੰਗਤ ਜੀਓ, ਇਸ ਸੰਸਾਰ ਦੇ ਵਿੱਚ ਅਗਰ ਸਭ ਤੋਂ ਤਿਵਰ ਗਤੀ ਹੈ ਤਾਂ ਸਿਰਫ ਮਨ ਦੀ ਹੀ ਤੇਜ਼ ਗਤੀ ਹੈ, ਬਾਕੀ ਸਭ ਕੁਝ ਇਸ ਤੋਂ ਪਿੱਛੇ। ਮਨ ਤਾਂ ਪਤਾ ਨਹੀਂ ਸਕਿੰਟਾਂ ਦੇ ਵਿੱਚ ਕਿੱਥੇ ਪਹੁੰਚ ਜਾਂਦਾ ਹੈ, ਇਸ ਦੇ ਅੱਗੇ ਰੌਕਟ ਵੀ ਫੇਰਨ, ਹੈਲੀਕਾਪਟਰ, ਜਹਾਜ਼, ਸਭ ਕੁਝ ਇਸ ਦੇ ਪਿੱਛੇ ਹੈ। ਇੱਕ ਮਨ ਹੀ ਹੈ ਜਿਹੜਾ ਮਿੰਟਾਂ ਸਕਿੰਟਾਂ ਦੇ ਵਿੱਚ ਪਤਾ ਨਹੀਂ ਕਿੱਥੇ ਦਾ ਕਿੱਥੇ ਪਹੁੰਚ ਜਾਂਦਾ ਹੈ। ਇਸ ਵਾਸਤੇ ਗੁਰਮੁਖ ਪਿਆਰੀ ਸਮੂਹ ਸਾਧ ਸੰਗਤ ਜੀਓ, ਜੀਵਨ ਦੇ ਵਿੱਚ, ਜ਼ਿੰਦਗੀ ਦੇ ਵਿੱਚ ਅਸਾਂ ਨੇ ਮਨ ਜੋੜ ਕੇ ਕਾਰਿਆ ਕਰਨਾ ਹੈ, ਮਨ ਜੋੜ ਕੇ ਸੇਵਾ ਕਰਨੀ ਹੈ, ਮਨ ਜੋੜ ਕੇ ਸਿਮਰਨ ਕਰਨਾ ਹੈ, ਮਨ ਜੋੜ ਕੇ ਹੀ ਗੁਰਮੁਖ ਪਿਆਰੀ ਸਮੂਹ ਸਾਧ ਸੰਗਤ ਜੀਓ ਸੇਵਾ ਕਰਨੀ ਹੈ। ਸੇਵਾ ਤਿੰਨ ਤਰ੍ਹਾਂ ਦੀ ਹੈ, ਤਨ ਦੀ ਸੇਵਾ, ਮਨ ਦੀ ਸੇਵਾ, ਧਨ ਦੀ ਸੇਵਾ। ਤੇ ਗੁਰਮੁਖ ਪਿਆਰੀ ਸਮੂਹ ਸਾਧ ਸੰਗਤ ਜੀਓ, ਤਨ ਦੀ ਸੇਵਾ ਤੁਸੀਂ ਸਭ ਸੇਵਕ ਕਰ ਰਹੇ ਹੋ, ਮਨ ਦੀ ਸੇਵਾ ਵੀ ਕਰਿਆ ਕਰੋ। ਇਹ ਨਾ ਹੋਵੇ ਤਨ ਦੀ ਸੇਵਾ ਕਰਦਿਆਂ ਹੋਇਆ ਮਨ ਸਾਡਾ ਕਿਤੇ ਹੋਰ ਚਲਾ ਜਾ ਰਿਹਾ ਹੈ, ਮਨ ਗੈਰੀਤ ਨਾਲ ਭਰਿਆ ਪਿਆ ਹੈ, ਮਨ ਦੁਰਵਿਚਾਰ ਦੇ ਨਾਲ ਭਰਿਆ ਪਿਆ ਹੈ। ਐਸਾ ਨਹੀਂ ਹੋਣਾ ਚਾਹੀਦਾ। ਮਨ ਦੀ ਸੱਚੀ ਸੇਵਾ ਸਾਡੀ ਉਹ ਸੇਵਾ ਹੈ ਕਿ ਅਸੀਂ ਤਨ ਦੀ ਸੇਵਾ ਕਰਦੇ ਹੋਏ ਮਨ ਦੀ ਸੇਵਾ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰ ਰਹੇ ਹਾਂ, ਮਨ ਦੇ ਨਾਲ ਉਸ ਭਗਵਾਨ ਦਾ ਸਿਮਰਨ ਕਰ ਰਹੇ ਹਾਂ, ਉਸ ਦੀ ਬੰਦਗੀ ਕਰ ਰਹੇ ਹਾਂ। ਤੇ ਗੁਰਮੁਖ ਪਿਆਰੀ ਸਮੂਹ ਸਾਧ ਸੰਗਤ ਜੀਓ, ਇਹ ਹੈ ਮਨ ਦੀ ਸੇਵਾ ਅਤੇ ਧਨ ਦੀ ਸੇਵਾ ਹੀ ਕਰ ਕਰਕੇ ਤੁਸੀਂ ਲੋਕ ਇਤਨਾ ਵੱਡਾ ਸਮਾਗਮ ਕਰ ਰਹੇ ਹੋ, ਇਤਨਾ ਵੱਡਾ ਮੇਲਾ ਕਰਦੇ ਹੋ, ਇਤਨਾ ਅੱਛਾ ਸੁੰਦਰ ਦਰਬਾਰ ਬਣਾਇਆ ਹੈ, ਉਹ ਆਪਦੀ ਧਨ ਦੀ ਸੇਵਾ ਦੇ ਨਾਲ ਹੀ ਮਨਾਇਆ ਹੈ। ਇਸ ਵਾਸਤੇ ਗੁਰਮੁਖ ਪਿਆਰੀ ਸਮੂਹ ਸਾਧ ਸੰਗਤ ਜੀਓ, ਜਦੋਂ ਵੀ ਸੱਚ ਦੇ ਮਾਰਗ ਤੇ ਚੱਲਣ ਦੇ ਜਿਤਨੇ ਵੀ ਕਾਰਜ ਕਰੋ, ਉਸ ਸਮੇਂ ਸਾਡਾ ਮਨ ਸ਼ਾਮਲ ਹੋਣਾ ਚਾਹੀਦਾ। ਅਸੀਂ ਲੋਕ ਕੀ ਕਹਿ ਦਿੰਦੇ ਹਾਂ, ਭਾਈ ਸਿਮਰਨ ਕਰਦੇ ਹਾਂ ਨਾ, ਉਸ ਸਮੇਂ ਜਾਂ ਤਾਂ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ, ਜਾਂ ਬਾਸੀਆਂ ਆਉਣੀਆਂ ਸ਼ੁਰੂ ਹੋ ਜਾਂਦਾ ਹੈ, ਜਾਂ ਕਿਤੇ ਹੋਰ ਧਿਆਨ ਚਲਾ ਜਾਂਦਾ ਹੈ। ਤਾਂ ਗੁਰਮੁਖ ਪਿਆਰੀ ਸਮੂਹ ਸਾਧ ਸੰਗਤ ਜੀਓ, ਇਹੀ ਜਾਣਨਾ ਕਿ ਸਾਡਾ ਅਜੇ ਤੱਕ ਮਨ ਜੁੜਿਆ ਨਹੀਂ ਹੈ, ਸਾਡਾ ਮਨ ਸ਼ਾਮਲ ਨਹੀਂ ਹੈ। ਸਾਡਾ ਮਨ ਉਸ ਸਮੇਂ ਪਤਾ ਨਹੀਂ ਕਿਦੇ ਕਿਸ ਸਮੇਂ ਕਿਸ ਤੋਂ ਕਿੱਥੇ ਪਹੁੰਚ ਜਾਂਦਾ ਹੈ। ਇਸ ਵਾਸਤੇ ਅਸਾਂ ਨੇ ਮਨ ਨੂੰ ਸ਼ਾਮਲ ਰੱਖਣਾ ਹੈ। ਸਾਡੇ ਜੀਵਨ ਦੇ ਵਿੱਚ, ਜ਼ਿੰਦਗੀ ਦੇ ਵਿੱਚ ਕੀ ਹੁੰਦਾ ਹੈ, ਅਸੀਂ ਕੋਈ ਗੁਰਮੁਖ ਪਿਆਰਿਓ ਕਾਰਜ ਕਰਦੇ ਹਾਂ, ਕੋਈ ਕੰਮ ਕਰਦੇ ਹਾਂ, ਕੋਈ ਵਪਾਰ ਦਾ ਕੰਮ ਕਰਦੇ ਹਾਂ, ਬਿਜ਼ਨਸ ਕਰਦੇ ਹਾਂ,
ਤਾਂ ਉਸ ਸਮੇਂ ਸਾਡਾ ਮਨ ਬੜਾ ਜੁੜਿਆ ਹੁੰਦਾ ਹੈ, ਬੜੇ ਧਿਆਨ ਦੇ ਨਾਲ ਕਰਦੇ ਹਾਂ, ਬੜੇ ਚੌਕਸ ਹੋ ਕੇ ਕਰਦੇ ਹਾਂ, ਚੁਕੰਨੇ ਹੋ ਕੇ ਕਰਦੇ ਹਾਂ। ਕਿਤੇ ਕੋਈ ਸਾਨੂੰ ਕੋਈ ਅਸੀਂ ਗਲਤ ਨਾ ਕਰ ਬੈਠੀਏ ਕਿ ਸਾਨੂੰ ਵਪਾਰ ਦੇ ਵਿੱਚ ਘਾਟਾ ਪੈ ਜਾਵੇ। ਜਾਂ ਅਸੀਂ ਲੋਕ ਕੀ ਕਰਦੇ ਹਾਂ ਕਿ ਆਪਣੇ ਕਿਤਨੇ ਵੀ ਸੋਨਾ ਜੇਵਰਾਤ ਸਾਡੀਆਂ ਮੇਰੀਆਂ ਮਾਤਾਵਾਂ ਬਹੁਤ ਹੀ ਧਿਆਨ ਦੇ ਨਾਲ ਰੱਖਦੀਆਂ ਹਨ। ਬੜਾ ਉਸ ਸਮੇਂ ਉਸ ਵਕਤ ਮਨ ਜੁੜਿਆ ਹੁੰਦਾ ਹੈ, ਉਸ ਦੇ ਨਾਲ ਮਨ ਸ਼ਾਮਲ ਹੁੰਦਾ ਹੈ। ਤਾਂ ਗੁਰਮੁਖ ਪਿਆਰੀ ਸਮੂਹ ਸਾਧ ਸੰਗਤ ਜੀਓ, ਜਦੋਂ ਅਸੀਂ ਲੋਕ ਕੋਈ ਸੰਸਾਰਿਕ ਕਾਰਿਆ ਕਰਦੇ ਹਾਂ ਉਸ ਸਮੇਂ ਸਾਡਾ ਮਨ ਸ਼ਾਮਲ ਹੁੰਦਾ ਹੈ, ਉਸ ਸਮੇਂ ਸਾਡਾ ਮਨ ਜੁੜਿਆ ਹੁੰਦਾ ਹੈ। ਕਿਤੇ ਅਸੀਂ 100 ਵਾਲੇ ਜਾਂ ਗੁਰਮੁਖ ਪਿਆਰਿਓ 500 ਵਾਲੇ 2000 ਨੋਟ ਵਾਲੇ ਗਿਣ ਰਹੇ ਹਾਂ, ਉਸ ਸਮੇਂ ਸਾਡਾ ਮਨ ਬੜਾ ਸ਼ਾਮਲ ਹੁੰਦਾ ਹੈ, ਬੜਾ ਜੁੜਿਆ ਹੁੰਦਾ ਹੈ। ਕਿਤੇ ਇੱਕ ਅੱਧਾ ਨੋਟ ਵਾਧੂ ਨਾ ਚਲਾ ਜਾਵੇ ਤਾਂ ਮੈਨੂੰ ਕੋਈ ਘਾਟਾ ਨਾ ਪੈ ਜਾਵੇ। ਤੇ ਗੁਰਮੁਖ ਪਿਆਰਿਓ, ਇਸੇ ਤਰ੍ਹਾਂ ਹੀ ਅਸੀਂ ਆਪਣੇ ਜੀਵਨ ਕਾਲ ਦੇ ਇਸ ਸਮੇਂ ਦੇ ਵਿੱਚ ਜਦੋਂ ਅਸੀਂ ਭਜਨ ਕਰਨਾ ਸ਼ੁਰੂ ਕਰੀਏ, ਜਦੋਂ ਅਸੀਂ ਸੇਵਾ ਕਰਨੀ ਸ਼ੁਰੂ ਕਰੀਏ, ਜਦੋਂ ਅਸੀਂ ਗੁਰਬਾਣੀ ਪੜ੍ਹਨੀ ਜਾਂ ਸਰਵਣ ਕਰਨੀ ਸ਼ੁਰੂ ਕਰੀਏ, ਇਸੇ ਤਰ੍ਹਾਂ ਹੀ ਸਾਡਾ ਚਿੰਤਨ ਉਸ ਪਰਮਾਤਮਾ ਦੇ ਨਾਲ ਜੁੜਿਆ ਹੋਣਾ ਚਾਹੀਦਾ, ਉਸ ਪ੍ਰਭੂ ਦੇ ਨਾਲ ਜੁੜਿਆ ਹੋਣਾ ਚਾਹੀਦਾ। ਉਸ ਸਮੇਂ ਸਾਡਾ ਮਨ ਸ਼ਾਮਲ ਹੋਣਾ ਚਾਹੀਦਾ ਹੈ। ਤੇ ਗੁਰਮੁਖ ਪਿਆਰੀ ਸਮੂਹ ਸਾਧ ਸੰਗਤ ਜੀਓ, ਯਾਦ ਰੱਖਣਾ, ਜਦੋਂ ਅਸੀਂ ਸਿਮਰਨ ਕਰ ਰਹੇ ਹਾਂ ਮਨ ਸ਼ਾਮਲ ਹੈ ਤਾਂ ਉਹ ਸਮਾਂ ਸਾਡਾ ਉਸੇ ਸਮੇਂ ਉਸੇ ਵਕਤ ਲਿਖਿਆ ਜਾਵੇਗਾ। ਗੁਰਬਾਣੀ ਇਹ ਦੱਸਦੀ ਹੈ ਇਨਸਾਨ ਨੂੰ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਸਦਾ ਸਦਾ ਰੰਗ ਮਾਣ। ਤਾਂ ਗੁਰਮੁਖ ਪਿਆਰਿਓ, ਮਨ ਤਾਂ ਜੋਤ ਸਰੂਪ ਹੈ। ਅਸੀਂ ਇਸ ਮਨ ਨੂੰ ਜਿਹਦੇ ਚਾਹੀਏ ਉਹਦੇ ਲਗਾ ਸਕਦੇ ਹਾਂ। ਇਹ ਮਨ ਪਤਾ ਹੈ ਆਪਾਂ ਨੂੰ ਮਾੜੇ ਪਾਸੇ ਤਾਂ ਬਹੁਤ ਫੌਰਨ ਤਿਆਰ ਰਹਿੰਦਾ ਹੈ। ਧਨ ਦੌਲਤਾਂ ਜ਼ਮੀਨ ਜਾਇਦਾਦਾਂ ਕਮਾਉਣ ਦੇ ਵਾਸਤੇ, ਮਾੜੇ ਕੰਮਾਂ ਦੇ ਵਾਸਤੇ ਬਹੁਤ ਤਿਆਰ ਰਹਿੰਦਾ, ਉਸੇ ਸਮੇਂ ਫੌਰਨ ਹਾਜ਼ਰ ਹੋ ਜਾਂਦਾ ਹੈ। ਪਰੰਤੂ ਜਦੋਂ ਇਸ ਨੂੰ ਪਰਮਾਤਮਾ ਦੀ ਤਰਫ, ਅਧਿਆਤਮਿਕ ਦੀ ਤਰਫ, ਸੱਚ ਦੇ ਰਾਹ ਦੀ ਤਰਫ ਚੱਲਣਾ ਹੋਵੇ, ਉਸ ਸਮੇਂ ਡਗਮਗਾਉਣ ਲੱਗ ਜਾਂਦਾ ਹੈ। ਕਿਉਂਕਿ ਗੁਰਮੁਖ ਪਿਆਰੀ ਸਮੂਹ ਸਾਧ ਸੰਗਤ ਜੀਓ, ਸਾਡੀ ਉਸ ਸਮੇਂ ਉਸ ਵਕਤ ਸਾਡਾ ਧਿਆਨ ਪਿੱਛੇ ਹੁੰਦਾ ਹੈ। ਠੀਕ ਹੈ, ਕੋਸ਼ਿਸ਼ ਕਰਦੇ ਹਾਂ ਉਸ ਨੂੰ ਲਗਾਉਣ ਦੀ, ਪਰ ਫਿਰ ਉਹ ਭਟਕ ਜਾਂਦਾ ਹੈ। ਇਸ ਵਾਸਤੇ ਮਨ ਨੂੰ ਅੱਛੇ ਪਾਸੇ ਵੀ ਲਗਾਇਆ ਜਾ ਸਕਦਾ ਹੈ, ਮਨ ਨੂੰ ਮਾੜੇ ਪਾਸੇ ਵੀ ਲਗਾਇਆ ਜਾ ਸਕਦਾ ਹੈ। ਜ਼ਿਆਦਾਤਰ ਅਧਿਕਤਰ ਲੋਕ ਗੁਰਮੁਖ ਪਿਆਰੀ ਸਮੂਹ ਸਾਧ ਸੰਗਤ ਜੀਓ ਇਸ ਸੰਸਾਰ ਦੇ ਵਿੱਚ ਮਨ ਦੇ ਵਸ ਹੋ ਕੇ ਕਾਰਿਆ ਕਰਦੇ ਹਨ, ਮਨ ਦੇ ਅਧੀਨ ਹੋ ਕੇ ਕਾਰਿਆ ਕਰਦੇ ਹਨ। ਤੇ ਗੁਰਮੁਖ ਪਿਆਰਿਓ, ਬਾਣੀ ਇਹ ਦੱਸਦੀ ਹੈ, ਮਨ ਤੋਂ ਜੋਤ, ਮਨ ਤਾਂ ਜੋਤ ਸਰੂਪ ਹੈ। ਮਨ ਨੂੰ ਜਿਹਦੇ ਲਗਾਓ ਉਹਦੇ ਤਿਆਰ ਹੈ। ਆਪਣਾ ਮੂਲ, ਅਸੀਂ ਆਪਣੇ ਮੂਲ ਨੂੰ ਪਛਾਣਨਾ। ਅਸੀਂ ਇਸ ਸੰਸਾਰ ਦੇ ਵਿੱਚ ਆਏ ਹਾਂ, ਅਸਾਂ ਨੇ ਇਸ ਸੰਸਾਰ ਦੇ ਵਿੱਚ ਬੜੀ ਗਹਿਰੀ ਸੋਚ ਸੋਚਣੀ ਹੈ, ਵਿਚਾਰਨਾ ਹੈ ਕਿ ਮੈਂ ਕੌਣ ਹਾਂ, ਮੈਂ ਕੀ ਕਰਨਾ ਆ, ਮੈਂ ਕੀ ਕਰ ਰਿਹਾ। ਆਪਣੇ ਆਪ ਨੂੰ ਪਛਾਣਨਾ, ਮੈਂ ਕੌਣ ਹਾਂ। ਤੇ ਗੁਰਮੁਖ ਪਿਆਰੇ, ਅਸੀਂ ਆਪ ਨੂੰ ਪਛਾਣ ਲਏ ਤਾਂ ਦੁਨੀਆ ਨੂੰ ਪਹਿਚਾਨਣ ਦੀ ਸਾਨੂੰ ਆਪਣੇ ਆਪ ਹੀ ਐਸੀ ਤਾਕਤ, ਐਸੀ ਸ਼ਕਤੀ ਪੈਦਾ ਹੋ ਜਾਵੇ। ਪ੍ਰਭੂ ਦੀ ਪਹਿਚਾਨ ਵੀ ਹੋ ਜਾਵੇਗੀ, ਪਰਮਾਤਮਾ ਦੀ ਵੀ ਜਾਣਕਾਰੀ ਹੋ ਜਾਵੇਗੀ, ਅਗਰ ਅਸੀਂ ਆਪਣੇ ਆਪ ਨੂੰ ਪਹਿਚਾਨ ਲਿਆ। ਇਸ ਵਾਸਤੇ ਗੁਰਮੁਖ ਪਿਆਰੇ, ਉਸ ਮੂਲ ਨੂੰ ਹੀ ਪਹਿਚਾਨ। ਮਨ ਹਰ ਜੀ ਤੇਰੇ ਨਾਲ ਹੈ। ਬਾਣੀ ਇਹ ਦੱਸਦੀ ਹੈ, ਮਨ ਹਰ ਸਮੇਂ ਹਰ ਵਕਤ ਤੇਰੇ ਨਾਲ ਹੈ। ਉਸ ਨੂੰ ਸਦਾ ਸਦਾ ਰੰਗ ਮਾਣ, ਸਦਾ ਸਦਾ ਦੇ ਵਾਸਤੇ ਉਸ ਪਰਮਾਤਮਾ, ਉਸ ਪ੍ਰਭੂ ਦੇ ਰੰਗਾਂ ਦੇ ਵਿੱਚ ਰੰਗ ਕੇ ਰੱਖਣਾ ਹੈ। ਫਿਰ ਹੀ ਜਾ ਕੇ ਸਾਡਾ ਇਹ ਸੰਸਾਰ ਰੂਪੀ ਬੇੜਾ ਪਾਰ ਹੋਵੇਗਾ, ਨਹੀਂ ਤਾਂ ਇਸ ਸੰਸਾਰ ਦੇ ਵਿੱਚ ਹੀ ਗੁਰਮੁਖ ਪਿਆਰੀ ਸਮੂਹ ਸਾਧ ਸੰਗਤ ਜੀਓ ਡੁੱਬ ਜਾਵਾਂਗੇ। ਇਸ ਸੰਸਾਰ ਦੇ ਵਿੱਚ ਆਏ ਹਾਂ, ਇਸ ਸੰਸਾਰ ਦੇ ਵਿੱਚੋਂ ਹੀ ਖਾਲੀ ਹੱਥ ਚਲੇ ਜਾਵਾਂਗੇ। ਜਿਸ ਤਰ੍ਹਾਂ ਗੁਰਮੁਖ ਪਿਆਰੀ ਸਮੂਹ ਸਾਧ ਸੰਗਤ ਜੀਓ ਇਸ ਸੰਸਾਰਿਕ ਕਾਰ ਵਿਹਾਰਾਂ ਦੇ ਨਾਲ ਜੁੜੇ ਰਵਾਂਗੇ, ਮਨ ਨੂੰ ਸ਼ਾਮਲ ਰੱਖਾਂਗੇ ਤਾਂ ਉਹੀ ਚੀਜ਼ਾਂ ਸਾਡੇ ਅੰਦਰ ਲਿਖੀਆਂ ਜਾਣਗੀਆਂ। ਇਸ ਵਾਸਤੇ ਗੁਰਮੁਖ ਪਿਆਰੀ ਸਮੂਹ ਸਾਧ ਸੰਗਤ ਜੀਓ, ਉਸ ਪ੍ਰਭੂ ਦਾ ਚਿੰਤਨ ਕਰਿਆ ਕਰੋ, ਸਿਮਰਨ ਕਰਿਆ ਕਰੋ ਅਤੇ ਮਨ ਨੂੰ ਉਸ ਪਰਮਾਤਮਾ ਦੇ ਨਾਲ ਜੋੜ ਕੇ ਰੱਖਿਆ ਕਰੋ। ਜਿਸ ਤਰ੍ਹਾਂ ਗੁਰਮੁਖ ਪਿਆਰਿਓ ਆਪਣੇ ਜੀਵਨ ਦੇ ਵਿੱਚ, ਜ਼ਿੰਦਗੀ ਦੇ ਵਿੱਚ
ठीक है, साडा ये तन है, साडा ये शरीर है। इस शरीर का मालक कौन है? वो प्रभु, उस परमात्मा दी अंश जीव आत्मा मालक है। अते असी मालक किस नूं बना रखा है? मन नूं मालक बना रखा है, क्योंकि असी मन दे अधीन होके इस शरीर नूं चला रहे हाँ, अपनियां इंद्रियां नूं चला रहे हाँ। ते गुरमुख प्यारिओ, मन दे अधीन होके चलावांगे तो घाटा पै जाएगा, बर्बादी हो जाएगी। जिस तरह गुरमुख प्यारिओ एक फैक्ट्री है, एक फैक्ट्री है, उस फैक्ट्री का एक मालक है, अते एक अगे उसनूं चलाण वाला उसने एक मुनीम रखिया होया है। जिस तरह अते अगे फिर तुहानूं पता है काम धंधा करन दे वास्ते बहुत सारे नौकर चाकर होंदे ने। इसे तरह ही गुरमुख प्यारिओ साडा एक शरीर है, इस शरीर दी मालक है वो परमात्मा मालक है। ते इस शरीर दे विच एक मन है, एक इंद्रियां हैं, ते एक वो परमात्मा है, वो परमात्मा दी अंश है। इसे तरह ही अगर असी उस फैक्ट्री नूं मालक ध्यान दे नाल चलावेगा, अपनी देख रेख दे विच रखेगा, तो उस नूं लाभ होवेगा। अगर उस नौकर दे हत्थ विच दे दिता, उस मनीम दे हत्थ विच, तो मनीम तो अपनी मर्जी के अनुसार ही चलावेगा। हो सकता है वो अपना भी लालच करने की कोशिश करे, तो गुरमुख प्यारी समूह साध संगत जी उन्होंने नौकरां चाकरां नूं किते ध्यान दे नाल उस फैक्ट्री दे विच नहीं लगावेगा, तो फैक्ट्री बर्बाद हो जाएगी, खत्म हो जाए। इसे तरह ही साडे इंद्रियां हैं, अगर असी एक इंद्रियां हैं जो ये नौकर चाकर हैं उस परमात्मा की अंश की, एक मन मनीम है उस परमात्मा का, अते जीव आत्मा उस परमात्मा की अंश दे अनुसार अगर इस शरीर नूं चलावांगे, इस इंद्रियां नूं चलावांगे, तो कदी घाटा नहीं पवेगा। अगर मन दे अधीन होकर चलावांगे तो गुरमुख प्यारिओ फिर घाटा ही घाटा है। इसे तरह ही गुरमुख प्यारी समूह साध संगत जी याद रखना, जीवन दे विच जिंदगी दे विच की हुंदा है, विचारधारा अंदर दो तरह की बन जाती है। साडे अंदर दो तरह की विचारधारा बन जाती है। की हुंदा है, कोई ऐसा कम करन दी सोच लैंदे आ जिहदे नाल हो सकता है बदनामी होवे, मान सम्मान दे विच घाटा पैंदा होवे। वो मन कहंदा है भी इस नूं कर लै, मन कहंदा है कर लै, परंतु उस बुरे कर्म करन ते एक आवाज़ आंदी अंदर बई ये काम ना कर, ये काम माड़ा है। वो आवाज़ किस दी हुंदी है? उस परमात्मा दी अंश जीव आत्मा दी हुंदी है। तो गुरमुख प्यारे याद रखना, अगर जीव आत्मा रूपी पंछी अगर विचू उड़ गया तो फिर शरीर धरिया दा धरिया रह जाना है। ना इंद्रियां ने काम करना है तो ना मन ने काम करना है। इस वास्ते जिंदगी इस वास्ते मिली है, इस संसार दे विच उस जीव आत्मा ते उस परमात्मा दा मेल हो जाए तो साडा जीवन सफल हो जाए। तो गुरमुख प्यारी समूह साध संगत जीओ, आप सब संगतां बहुत वडभागी हो, बड़े भागां वाले हो जो गुरु महाराज बाबा भूमन शाह जी दे इस सालाना जोड़ मेले दे विच समूह संगतां इलाका निवासी बहुत ही हुम हुमा के पहुँचे हो। बहुत ही गुरु दरबार दी बहुत अपार कृपा, नगर निवासियों की सेवा, बड़ी ही खुशियां दे नाल अज दा गुरु दरबार दा यह मेले का समागम हो रहा है। ते गुरमुख प्यारिओ, जीवन दे विच जिंदगी दे विच आपस दे विच भाईचारा, प्रेम, प्यार, इतफाक बना के रखा करो। प्रेम, प्यार, इतफाक, एकता दे विच बड़ी ताकत होंदी है। ते इस ताकत नूं अपनी नूं बरकरार रखा करो अते जीवन दे विच जिंदगी दे विच नशियां तो बच के रह करो। नशे बहुत माड़े हुंदे ने, जीवन बर्बाद कर दिंदे ने। मेरे नौजवान सेवादारां नूं, नौजवान संगतां नूं अते सब नूं मेरी बेनती है कि नशियां तो बच लो,
ਨਸ਼ੇ ਜੀਵਨ ਬਰਬਾਦ, ਜੀਵਨ ਖਤਮ ਕਰ ਦਿੰਦੇ ਨੇ। ਅਤੇ ਨਸ਼ਾ ਕਰੋ ਉਸ ਪ੍ਰਮਾਤਮਾ ਦੇ ਨਾਮ ਦਾ, ਉਸ ਦੀ ਸੇਵਾ ਦੇ ਨਾਮ ਦਾ, ਅਤੇ ਸੇਵਾ ਕਰੋ, ਸਿਮਰਨ ਕਰੋ, ਭਜਨ ਬੰਦਗੀ ਕਰੋ, ਅਤੇ ਆਪਣੇ ਜੀਵਨ ਦੇ ਵਿੱਚ, ਜ਼ਿੰਦਗੀ ਦੇ ਵਿੱਚ ਮਾਂ ਬਾਪ, ਬਜ਼ੁਰਗਾਂ, ਵੱਡਿਆਂ ਦਾ ਮਾਨ ਸਨਮਾਨ ਕੀਤਾ ਕਰੋ, ਇੱਜ਼ਤ ਕੀਤਾ ਕਰੋ। ਮਾਂ ਭੈਣ ਬੇਟੀ ਦੀ ਇੱਜ਼ਤ ਕਰੋ, ਉਹਨਾਂ ਦਾ ਮਾਨ ਸਨਮਾਨ ਕਰੋ। ਅਤੇ ਇਸ ਦੇ ਨਾਲ ਨਾਲ ਗੁਰਮੁਖ ਪਿਆਰੀ ਸਮੂਹ ਸਾਧ ਸੰਗਤ ਜੀਓ, ਜ਼ਿਆਦਾ ਤੋਂ ਜ਼ਿਆਦਾ ਪੇੜ ਪੌਦੇ ਲਗਾਏ ਕਰੋ, ਗਊ ਦੀ ਸੇਵਾ ਕਰਿਆ ਕਰੋ, ਅਤੇ ਜੀਵਨ ਦੇ ਵਿੱਚ, ਜ਼ਿੰਦਗੀ ਦੇ ਵਿੱਚ ਖੂਬ ਪੜ੍ਹਾਈ ਕਰੋ, ਕਿਉਂਕਿ ਮਾਂ ਬਾਪ ਤੁਹਾਨੂੰ ਪੜ੍ਹਾਉਣ ਦੇ ਵਾਸਤੇ ਭੇਜਦੇ ਹਨ। ਬਹੁਤ ਹੀ ਗਹਿਰੀ ਸੋਚ ਕੇ ਆਪ ਦਾ ਆਉਣ ਵਾਲਾ ਭਵਿੱਖ ਨੂੰ ਸੁਧਾਰਨ ਦੇ ਵਾਸਤੇ, ਬਣਾਉਣ ਦੇ ਵਾਸਤੇ ਮਾਂ ਬਾਪ ਆਪ ਨੂੰ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਹਨ, ਅੱਛੇ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਹਨ। ਮੇਰੇ ਪਿਆਰੇ ਬੱਚਿਓ, ਇਹ ਯਾਦ ਰੱਖਣਾ, ਮਾਂ ਬਾਪ ਦਾ ਵਿਸ਼ਵਾਸ ਬਣਾ ਕੇ ਰੱਖਣਾ ਹੈ। ਮਾਂ ਬਾਪ ਦੇ ਨਾਲ ਵਿਸ਼ਵਾਸਘਾਤ ਨਹੀਂ ਕਰਨਾ ਹੈ। ਚੰਗੇ ਕੰਮ ਕਰਨੇ ਨੇ, ਮਾਂ ਬਾਪ ਦੀ ਇੱਜ਼ਤ ਬਣਾਉਣੀ ਹੈ, ਆਪਣੇ ਨਗਰ ਦੀ ਇੱਜ਼ਤ ਬਣਾਉਣੀ ਹੈ, ਆਪਣੇ ਦੇਸ਼ ਦੀ ਇੱਜ਼ਤ ਬਣਾਉਣੀ ਹੈ। ਤੇ ਗੁਰਮੁਖ ਪਿਆਰੀ ਸਮੂਹ ਸਾਧ ਸੰਗਤ ਜੀਓ, ਬਹੁਤ ਸਾਰੇ ਰਾਗੀ ਢਾਡੀ ਵੀ ਆਏ ਨੇ ਬੋਲਣ ਦੇ ਵਾਸਤੇ। ਖੇਲਾਂ ਦਾ ਵੀ ਟਾਈਮ ਹੋਣ ਵਾਲਾ ਹੈ, ਤੇ ਮੈਂ ਆਪ ਸਭ ਸੰਗਤਾਂ ਤੋਂ ਛੁੱਟੀ ਲੈਂਦਾ ਹਾਂ। ਇੱਥੇ ਹੀ ਆਪਣੀ ਬਾਣੀ ਨੂੰ ਆਰਾਮ ਦਿੰਦਾ ਹਾਂ। ਤੇ ਆਪ ਸਭ ਨਗਰ ਨਿਵਾਸੀਆਂ ਨੂੰ, ਆਈ ਹੋਈ ਇਲਾਕਾ ਨਿਵਾਸੀ ਸਮੂਹ ਸਾਧ ਸੰਗਤ ਨੂੰ, ਅੱਜ ਦੇ ਗੁਰੂ ਮਹਾਰਾਜ ਬਾਬਾ ਬੂਮਨ ਸ਼ਾਹ ਜੀ ਦੇ ਇਸ ਸਾਲਾਨਾ ਜੋੜ ਮੇਲੇ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ। ਗੁਰੂ ਮਹਾਰਾਜ ਬਾਬਾ ਬੂਮਨ ਸ਼ਾਹ ਆਪ ਸਭ ਸੰਗਤਾਂ ਨੂੰ ਸੁੱਖ ਦੇਵੇ, ਸ਼ਾਂਤੀ ਦੇਵੇ ਅਤੇ ਖੁਸ਼ੀਆਂ ਪ੍ਰਦਾਨ ਕਰੇ। ਬੋਲੋ ਬਾਬਾ ਬੂਮਨ ਸ਼ਾਹ ਮਹਾਰਾਜ ਕੀ ਜੈ, ਬੋਲੋ ਸਾਚੇ ਦਰਬਾਰ ਕੀ ਜੈ।